राजनीति से काम तक, अपराध से अंजाम तक, खेत से खलिहान तक, खिलाड़ी से मैदान तक, आईफा की धमाकेदार रात, सितारों से आसमान तक, अब हर खबर पर होगी हमारी नजर। पल पल बदलती देश और दुनिया की हर खबर पाइए सीधा अपने मोबाइल पर। बारी 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 ਸਾਡੇ ਐਸਐਸਪੀ ਸਾਹਿਬ ਫਿਰੋਜ਼ਪੁਰ ਸ਼੍ਰੀ ਚਰਨਜੀਤ ਸਿੰਘ ਜੀ ਦੀਆਂ ਹਦਾਇਤਾਂ 'ਤੇ ਨਸ਼ੇ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਚਲਾਈ ਜਾ ਰਹੀ ਹੈ, ਉਹਦੇ ਤਹਿਤ ਕੱਲ 18/7/22 ਨੂੰ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ 2 ਦੋਸ਼ੀਆਂ ਨੂੰ ਅਰੈਸਟ ਕੀਤਾ। ਚੈੱਕ ਕੀਤਾ, ਪੁਰਾਣੀ ਚੈਕਿੰਗ ਉਹਨਾਂ ਕੋਲੋਂ ਸਵਿਫਟ ਕਾਰ ਦੇ ਵਿੱਚੋਂ 260 ਗ੍ਰਾਮ ਹੈਰੋਇਨ, ਇੱਕ ਪਿਸਟਲ ਨਜਾਇਜ਼, 2 ਜਿੰਦਾ ਰੂਮ ਬਰਾਮਦ ਹੋਏ ਨੇ। ਦੋਸ਼ੀ ਸੈਮੂਅਲ ਪੱਟੀ ਜੋ ਕਿ ਬੁੱਕਨ ਸ਼ਾਹ ਵਾਲਾ ਥਾਣਾ ਕੁਲਗੜੀ ਦਾ ਰਹਿਣ ਵਾਲਾ ਹੈ, ਇਹਦੇ ਖਿਲਾਫ ਪਹਿਲਾਂ ਵੀ ਐਨਡੀ ਦੇ ਪਰਚੇ ਦਰਜ ਨੇ। ਦੂਜਾ ਰਾਹੁਲ ਹੈ ਜੋ ਕਿ ਸਦਰ ਜਲਾਲਾਬਾਦ ਦਾ ਰਹਿਣ ਵਾਲਾ ਹੈ। ਇਹ ਰਿਮਾਂਡ ਲੈਣਾ ਜੀ। ਹਾਂ, ਇਹਨਾਂ ਦਾ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਵੀ ਇਹਦਾ ਬੈਕਵਰਡ ਫਾਰਵਰਡ ਲਿੰਕ ਦੇਖਾਂਗੇ, ਇਹਦੇ ਹੋਰ ਪ੍ਰੂਫ ਸ਼ਾਮਲ ਨੇ, ਸਾਰੀ ਤਫਤੀਸ਼ ਕੀਤੀ ਜਾਏਗੀ। मैं जी, मेरा नाम सतनाम सिंह है जी और मैं पिंड काकू वाले तो बिलोंग करदा जी। मेरे रिश्तेदारी विच जीजा ही लगदे सी। काफ़ी दिन पहला मैं इन्हां नूं मिलिया सीगा ते टेंशन दिमाग ते रखदे सीगे ते जे पुछना बस कुछ नहीं जे
ਬਾਅਦ 'ਚ ਹੁਣ ਪਤਾ ਲੱਗਿਆ, ਕਹਿੰਦਾ ਮੈਨੂੰ ਥੋੜ੍ਹੇ ਦਿਨ ਹੋਇਆ ਮਿਲਿਆ ਸੀ, ਉਦੋਂ ਮੈਨੂੰ ਕਹਿੰਦੇ ਯਾਰ ਮੇਰੇ 'ਤੇ ਤਾਂ ਕਰਜ਼ਾ ਪਰੇਸ਼ਾਨ ਸੀਗਾ, ਜ਼ਮੀਨ ਵੀ ਹੈਗੀ ਸੀ 5 ਕਨਾਲਾ ਉਹ ਵੀ ਵੇਚੀ ਹੈ ਅਤੇ ਉਹ ਵੇਚ ਕੇ ਫਿਰ ਵੀ ਨਹੀਂ ਆਦਾ ਮੇਰਾ ਕਰਜ਼ਾ ਲੈਂਦਾ ਸੀਗਾ ਅਤੇ ਇਸ ਟੈਨਸ਼ਨ ਦੇ ਵਿੱਚ ਬਸ ਤੁਰਿਆ ਫਿਰਦਾ ਸੀਗਾ। ਅਤੇ ਜਦੋਂ ਕੱਲ੍ਹ ਲਿਆਂਦਾ ਇਹਨੂੰ ਹੌਸਪੀਟਲ ਅਤੇ ਉੱਥੇ ਬਸ ਡੈਥ ਹੋ ਗਈ ਇਹਨੂੰ 10 ਵਜੇ। ਮੇਰਾ ਨਾਮ ਦਇਆ ਸਿੰਘ ਹੈ ਜੀ। ਮੇਰੇ ਫਾਦਰ ਦਾ ਨਾਮ ਸਰਦਾਰ ਇਸ਼ਪਾਲ ਸਿੰਘ ਹੈ ਅਤੇ ਉਹਨਾਂ ਦੀ ਕੱਲ੍ਹ ਡੈਥ ਹੋ ਗਈ ਆ। ਉਹਨਾਂ ਦੇ ਸਿਰ 'ਤੇ ਕਰਜ਼ਾ ਬਹੁਤ ਜ਼ਿਆਦਾ ਸੀ, ਕੁਛ ਆੜ੍ਹਤੀਆਂ ਦਾ ਦੇਣ ਸੀ, ਕੁਛ ਬਾਜ਼ਾਰ ਦਾ ਲੈਣ ਦੇਣ ਸੀ ਅਤੇ ਉਹਦੇ ਕਰਕੇ ਬਹੁਤ ਜ਼ਿਆਦਾ ਸਟਰੈਸ ਵਿੱਚ ਰਹਿੰਦੇ ਸੀ। ਅਤੇ ਅਸੀਂ ਪੁੱਛਦੇ ਵੀ ਸਾਂ ਵੀ ਤੁਹਾਨੂੰ ਕਿਸ ਚੀਜ਼ ਦਾ ਸਟਰੈਸ ਰਹਿੰਦਾ ਅਤੇ ਉਹ ਸਾਨੂੰ ਕੁਛ ਦੱਸਦੇ ਵੀ ਨਹੀਂ ਸੀ। ਅਤੇ ਕੱਲ੍ਹ ਅਸੀਂ ਜਦੋਂ ਉਹਦੇ ਘਰ ਵਿੱਚ ਮੌਜੂਦ ਨਹੀਂ ਸੀ ਹੈਗੇ, ਉਹ ਇਕੱਲੇ ਮੌਜੂਦ ਸੀ, ਮੇਰੇ ਚਾਚਾ ਜੀ ਬਾਹਰ ਹਵੇਲੀ ਵਿੱਚ ਸਨ ਅਤੇ ਮੈਂ ਸ਼ਹਿਰ ਕਿਸੇ ਗਿਆ ਹੋਇਆ ਸੀ ਕੰਮਾਂ ਕਾਰਾਂ ਦੇ ਵਿੱਚ, ਆਪਣੇ ਸਟੱਡੀ ਦੇ ਜਾਂ ਹੋਰ ਕੰਮਕਾਰ ਜਿਹੜੇ ਰਹਿੰਦੇ ਸੀ ਕਰਨ। ਅਤੇ ਉਹਨਾਂ ਨੇ ਉਸ ਤੋਂ ਬਾਅਦ ਮੈਨੂੰ ਘਰੋਂ ਫੋਨ ਹੀ ਆਇਆ ਵੀ ਤੁਸੀਂ ਫਲਾਣੀ ਥਾਂ 'ਤੇ ਹੌਸਪੀਟਲ ਪਹੁੰਚ ਜਾਓ। ਅਤੇ ਮੈਂ ਹੌਸਪੀਟਲ ਗਿਆ ਅਤੇ ਮੇਰੇ ਜਾਂਦੇ ਉਹ ਕਹਿੰਦੇ ਵੀ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ। ਉਸ ਤੋਂ ਬਾਅਦ ਅਸੀਂ ਅਨਿਲ ਬਾਗੀ ਹੌਸਪੀਟਲ ਐਡਮਿਟ ਕੀਤਾ ਇਹਨਾਂ ਨੂੰ ਅਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਐਡਮਿਟ ਕੀਤਾ ਅਤੇ ਰਾਤ ਉਹਨਾਂ ਨੇ ਆਬਜ਼ਰਵੇਸ਼ਨ ਵਿੱਚ ਰੱਖਿਆ, ਉਹ ਇਲਾਜ ਕਰਦੇ ਰਹੇ ਅਤੇ ਉਹਨਾਂ ਨੇ 9:30 ਵਜੇ ਰਾਤ ਇਹਨਾਂ ਦੀ ਡੈਥ ਹੋ ਗਈ ਹੈ ਜੀ। ਕਿੰਨਾ ਕਰਜ਼ਾ ਸੀ ਤੇ ਕਿੰਨੀ ਉਮਰ ਸੀ? ਇਹਨਾਂ ਦੀ ਉਮਰ 57 ਸਾਲ ਸੀ। ਇਹਨਾਂ ਦੇ ਤਕਰੀਬਨ ਮੇਰੇ ਹਿਸਾਬ ਨਾਲ ਜ਼ਿਆਦਾ ਨੌਲੇਜ ਤਾਂ ਨਹੀਂ ਮੈਨੂੰ ਹੈਗੀ, ਕਿਉਂਕਿ ਮੈਂ ਕੁਝ ਪੁੱਛਣਾ ਦੱਸਦੇ ਕੋਈ ਨਹੀਂ ਸੀ ਵੀ 12 ਤੋਂ 13-14 ਲੱਖ ਦਾ ਕਰਜ਼ਾ ਹੋ ਸਕਦਾ ਅਤੇ ਬਾਜ਼ਾਰ ਦਾ ਲੈਣ ਦੇਣ ਵੀ ਹੋ ਸਕਦਾ ਹੈ ਜੀ। ਹੁਣ ਕੀ ਮੰਗ ਕਰਨੀ ਚਾਹੀਦੀ? ਬਸ ਕੀ ਮੰਗੇ ਜੀ, ਪਿਓ ਗਿਆ ਚਲਾ, ਮੈਂ ਕੀ ਮੰਗਾਂ ਦੱਸੋ। ਮੇਰੇ ਸਟਰੈਸ ਕਾਰਨ ਮੇਰਾ ਪਿਓ ਗਿਆ ਚਲਾ, ਮੇਰੀ ਸਾਰੀ ਦੁਨੀਆ ਹੀ ਉਜੜ ਗਈ, ਮੈਂ ਕੀ ਮੰਗਾਂ ਦੱਸੋ, ਕਿਹਦੇ ਕੋਲੋਂ ਮੰਗਾਂ ਦੱਸੋ। ਇਹ ਜੀ ਰਿਸ਼ਪਾਲ ਸਿੰਘ ਪਿਤਾ ਨਾਂ ਦੇ ਜਗਤਾਰ ਸਿੰਘ ਹੈ। ਇਹ ਉਮਰ ਕਰੀਬ ਇਹਦੀ 55 ਸਾਲ ਹੈ ਅਤੇ ਇਹਦੇ ਨਾਲ ਕੋਈ ਦਿਮਾਗੀ ਟੈਨਸ਼ਨ ਸੀ ਕਰਜ਼ਾ ਲੈ ਕੇ। ਇਹਦੇ 'ਤੇ ਕਾਫੀ ਜ਼ਿਆਦਾ ਕਰਜ਼ਾ ਸੀ। 3 ਬੱਚੇ ਹੈ ਇਹਦੇ। ਇੱਕ ਵੱਡੀ ਲੜਕੀ ਦੇ ਨੇ ਸ਼ਾਦੀ ਕੀਤੀ ਹੈ ਅਤੇ ਕੁਝ ਮਕਾਨ ਬਣਾਇਆ ਸੀ, ਉਹਦੇ ਕਰਕੇ ਕਰਜ਼ਾ ਇਹ 'ਤੇ ਕਾਫੀ ਚੜ੍ਹ ਗਿਆ ਅਤੇ ਉਹਦੇ ਚਲਦਾ ਇਹਨੂੰ ਕਾਫੀ ਜ਼ਿਆਦਾ ਟੈਨਸ਼ਨ ਸੀ। ਟੈਨਸ਼ਨ ਕਰਕੇ ਵੈਸੇ ਇਹਨੂੰ ਤੰਗ ਪਰੇਸ਼ਾਨ ਕਰਦਾ ਮੈਨੂੰ ਕੋਈ ਨਹੀਂ ਕੀਤਾ। ਰਾਤ ਅਸੀਂ ਉਹਦਾ ਬਿਆਨ ਵੀ ਲਿਖਿਆ ਸੀ, ਜਦੋਂ ਠੀਕ ਸੀਗਾ ਉਦੋਂ ਹਾਲਤ ਕੁਝ ਠੀਕ ਸੀਗੀ। ਉਹਨੇ ਆਪਣੇ ਬਿਆਨ 'ਚ ਹੀ ਲਿਖਾਇਆ ਸੀਗਾ ਕਿ ਮੇਰੇ 'ਤੇ ਕਰਜ਼ਾ ਹੋਣ ਕਰਕੇ ਨਾ ਮੈਨੂੰ ਦਿਮਾਗੀ ਟੈਨਸ਼ਨ ਰਹਿੰਦੀ, ਪਰ ਪੈਸਿਆਂ ਦੇ ਲੈਣ ਦੇਣ ਦੇ ਸੰਬੰਧ 'ਚ ਜਿਨ੍ਹਾਂ ਦਾ ਕਰਜ਼ਾ ਦੇਣਾ ਸੀ ਉਹਨਾਂ ਤੰਗ ਪਰੇਸ਼ਾਨ ਮੈਨੂੰ ਕਿਸੇ ਨੇ ਨਹੀਂ ਕੀਤਾ, ਪਰ ਮੈਨੂੰ ਆਪਣੇ ਤੌਰ 'ਤੇ ਦਿਮਾਗੀ ਟੈਨਸ਼ਨ ਸੀ ਕਿ ਮੈਂ ਕਰਜ਼ਾ ਇੰਨਾ ਉਤਾਰਾਂ ਕਿਵੇਂ, ਜਿਸ ਕਰਕੇ ਕਹਿੰਦਾ ਮੈਨੂੰ ਟੈਨਸ਼ਨ ਹੋਣ ਕਰਕੇ ਮੈਂ ਸਲਫਾਸ ਦੀ ਗੋਲੀਆਂ ਖਾ ਲਈਆਂ ਅਤੇ ਰਾਤ ਕੁਝ ਹਾਲਤ ਠੀਕ ਸੀ। ਉਸ ਤੋਂ ਬਾਅਦ ਉਹਦੀ ਡੈਥ ਹੋ ਗਈ ਸੀ। ਬਸ 174 ਦੀ ਕਾਰਵਾਈ ਕਰ ਰਹੇ ਹਾਂ ਇਹਨਾਂ ਦੇ ਇਹਦੇ ਲੜਕੇ ਦੇ ਬਿਆਨ 'ਤੇ। ਰਾਤ ਉਹਦੇ ਬਿਆਨ 'ਚ ਵੀ ਇਹੀ ਸੀਗਾ ਕਿ ਵੀ ਮੈਨੂੰ ਤੰਗ ਪਰੇਸ਼ਾਨ ਕਿਸੇ ਨੇ ਕੀਤਾ, ਮੈਂ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦਾ। ਅਤੇ ਇਹਦੇ ਲੜਕੇ ਦਾ ਵੀ ਇਹੀ ਬਿਆਨ ਹੈ ਕਿ ਸਾਨੂੰ ਕਿਸੇ ਨੇ ਤੰਗ ਪਰੇਸ਼ਾਨ ਨਹੀਂ ਕੀਤਾ, ਆਪਣੀ ਦਿਮਾਗੀ ਟੈਨਸ਼ਨ ਦੇ ਚੱਲਦਿਆਂ ਹੀ ਕਰਜ਼ਾ ਜ਼ਿਆਦਾ ਹੋਣ ਕਰਕੇ ਵੀ ਕਿ ਸੁਸਾਈਡ ਕੀਤਾ। ਮੇਰਾ ਨਾਮ ASI ਗੁਰਮੀਤ ਸਿੰਘ, ਥਾਣਾ ਸਦਰ ਕੋਲ। ਮੈਨੂੰ ਕਦੋਂ ਲਾਈਏ ਨਾ? ਇੱਕ ਮਿੰਟ ਰੁਕੋ ਬਾਹਰ ਦੂਰੋਂ ਕਰ ਲੈਂਦਾ। ਮੁਰਦਾਬਾਦ ਹਾਏ 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 ਮੁਰਦਾਬਾਦ 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 ਕਹਾਣੀ ਦਿੰਦੇ ਹਾਏ 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 ਕਹਾਣੀ ਦਿੰਦੇ ਹਾਏ 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 ਹਾਏ
ਮੈਨੂੰ ਕਦੋਂ ਲਾਈ ਇਹਨੇ ਇੱਕ ਮਿੰਟ ਰੁਕੋ ਬਾਹਰ ਉਹ ਦੂਰੋਂ ਕਰ ਲੈਂਦਾ मुर्दाबाद हाय 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 मुर्दाबाद मुर्दाबाद ਆਪਣੇ ਦੋ ਬੰਦੇ ਸਾਰੇ ਦੇ ਬਾਕੀ ਤੇ ਕਰਾ ਦਿਓ ਉਹ ਭਾਈ ਦਾ ਨਹੀਂ ਭੁੱਲ ਜਾ ਕੇ ਭੱਜ ਗਿਆ ਕਹਿੰਦਾ ਓਵਰਫਲੋ ਨਾ ਹੋਈ ਜਾਂਦੀ ਹੈ ਤੁਹਾਡੇ ਉੱਪਰ ਚੜੇ ਹੋਏ ਆ ਟੈਂਕੀ ਦੇ ਤਾਂ ਕੀ ਮੰਗ ਕੀ ਹੈਗੀ ਹੈ 8 ਤੋਂ 10 ਬੰਦੇ ਚੜੇ ਹੋਏ ਜੀ ਸਾਡੇ ਉੱਪਰ ਟੈਂਕੀ ਦੇ ਉੱਪਰ ਕਿਉਂਕਿ 3-3 ਮਹੀਨੇ ਹੋ ਗਏ, 5ਵਾਂ 6ਵਾਂ ਲਗਭਗ ਚੌਥਾ 3-3 ਮਹੀਨੇ ਤਨਖਾਹਾਂ ਸਾਡੀਆਂ ਰੁਕੀਆਂ ਹੋਈਆਂ ਜੋ ਕਿ ਐਕਸ਼ਨ ਸਾਹਿਬ ਦੀ ਘਟੀਆ ਕਾਰਜਕਾਰੀ ਦੇ ਚੱਲਦੇ ਹੋਏ ਅਸੀਂ ਲਗਾਤਾਰ 10-15 ਦਿਨ ਤੋਂ ਐਕਸ਼ਨ ਸਾਹਿਬ ਦੀ ਮਿੰਨਤਾਂ ਤਰਲੇ ਕਰ ਰਹੇ ਸਾਡੀਆਂ ਤਨਖਾਹਾਂ ਪਾ ਦਿਓ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਮੈਂ ਤਾਂ ਬਦਲੀ ਕਰਾ ਕੇ ਚੱਲ ਜਾਣੀ, ਜਿਹੜਾ ਕੋਈ ਨਵਾਂ ਐਕਸ਼ਨ ਆਊਗਾ ਉਹ ਨਵੇਂ ਰੇਟਾਂ 'ਤੇ ਜਾਂ ਘਟੇ ਰੇਟਾਂ 'ਤੇ ਤਨਖਾਹਾਂ ਪਾਊਗਾ। ਪਰ ਸਾਡੀ ਇਹੋ ਹੀ ਮੰਗ ਆ ਕਿ ਜੋ ਸਾਡੇ 18,735 ਵਾਲਾ ਰੇਟ ਨਵਾਂ 12ਵੇਂ ਮਹੀਨੇ ਤੋਂ ਲਾਗੂ ਹੋਇਆ, ਚੌਥੇ ਮਹੀਨੇ ਤੱਕ ਤਨਖਾਹਾਂ ਲਗਭਗ ਅਸੀਂ ਤੀਜੇ ਤੱਕ ਲੈ ਚੁੱਕੇ ਹਾਂ। ਸਾਡੀ ਮੰਗ ਇਹੋ ਹੀ ਆ ਕਿ ਜਿਹੜੇ 6ਵੇਂ ਮਹੀਨੇ ਤੱਕ ਸਾਡੀਆਂ 2-3 ਮਹੀਨੇ ਤਨਖਾਹਾਂ ਪੈਂਡਿੰਗ ਪਈਆਂ ਉਹ ਪੂਰੇ ਰੇਟਾਂ 'ਤੇ ਪਾਈਆਂ ਜਾਣ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਰਜਿੰਦਰ ਸਿੰਘ ਮੋਮੀ, ਜਨਰਲ ਸਕੱਤਰ ਜ਼ਿਲ੍ਹਾ ਫਿਰੋਜ਼ਪੁਰ। ਕਿਹੜੀ ਜਥੇਬੰਦੀ ਵੱਲੋਂ ਕੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਟੈਂਕੀ ਦੇ ਉੱਪਰ ਕਿਉਂ ਚੜੇ ਹੈਗੇ ਆ? ਇਹ ਜਿਹੜੀ ਹੈ ਜਥੇਬੰਦੀ ਹੈ ਜੀ, ਕਨੈਕਟ ਵਰਕਰ ਜਲ ਸਪਲਾਈ 31 ਨੰਬਰ ਜਥੇਬੰਦੀ ਹੈ ਜੀ, ਜਿਹੜਾ ਅੱਜ ਟੈਂਕੀ ਦੇ ਉੱਤੇ ਜਿਹੜੇ ਵਰਕਰ ਚੜ੍ਹ ਗਏ, ਜ਼ਬਰਦਸਤੀ ਵਰਕਰ ਟੈਂਕੀ ਉੱਤੇ ਚੜ੍ਹ ਗਏ ਆ, ਉਹਨਾਂ ਦਾ ਕਾਰਨ ਇਹ ਹੈ ਜੀ ਜਿਹੜੇ ਵਰਕਰਾਂ ਨੂੰ ਪਿਛਲੇ 3-4 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ ਗਈਆਂ। ਅਗਰ ਜੇ ਵਰਕਰ ਆ ਕੇ ਅਫਸਰਾਂ ਨੂੰ ਕਹਿੰਦੇ ਨੇ ਸਾਨੂੰ ਤਨਖਾਹਾਂ ਦਿੱਤੀਆਂ ਜਾਣ ਤੇ ਅਫਸਰ ਟਾਲ ਟੋਲੇ ਕਰਦੇ ਹੋਏ 4-5 ਦਿਨ ਤੋਂ 10 ਦਿਨ ਤੋਂ ਅਫਸਰ ਉੱਥੋਂ ਭੱਜ ਜਾਂਦੇ ਨੇ। ਅਫਸਰ ਇੱਥੋਂ ਜਿਹੜੇ ਆ ਉਹ ਗਾਂਹ ਚਲੇ ਜਾਂਦੇ ਨੇ। ਇੱਥੋਂ ਉਹਨਾਂ ਨੂੰ ਇਹ ਵੀ ਸੀਗਾ ਵੀ ਸਾਡੀ ਬਦਲੀਆਂ ਚੱਲਦੀਆਂ ਪਿਆ, ਸ਼ਾਇਦ ਸਾਡੀ ਬਦਲੀ ਹੋ ਜਾਊਗੀ, ਪਰ ਉਹਨਾਂ ਦੀ ਪਿਛਲੇ ਦਿਨ ਜੇ ਬਦਲੀ ਨਹੀਂ ਹੋਏਗੀ ਉਸ ਦੇ ਕਾਰਨ ਅੱਜ ਐਕਸ਼ਨ ਸਾਹਿਬ ਇੱਥੇ ਬੈਠੇ ਸੀ। ਅਸੀਂ ਐਕਸ਼ਨ ਸਾਹਿਬ ਨੂੰ ਆ ਕੇ ਮਿਲੇ ਆ ਵੀ ਸਰ ਸਾਡੇ ਬੰਦੇ ਦੀਆਂ ਤਨਖਾਹਾਂ ਦਿੱਤੀਆਂ ਜਾਣ, ਪਰ ਉਹਦੇ ਵਿੱਚ ਐਕਸ਼ਨ ਸਾਹਿਬ ਨੇ ਇੱਕ ਨਵਾਂ ਮੁੱਦਾ ਕਰਕੇ ਰੱਖਤਾ ਵੀ ਤੁਹਾਡੇ ਜਿਹੜੇ ਪੁਰਾਣੇ ਰੇਟ ਸੀਗੇ ਅੱਜ ਤੋਂ 2021 ਦੇ 10ਵੇਂ 11ਵੇਂ ਮਹੀਨੇ ਤੋਂ ਪਹਿਲਾਂ ਦੇ ਰੇਟ ਸੀਗੇ ਸਾਡੇ 13,435 ਰੁਪਏ ਤੇ 13,473 ਰੁਪਏ, ਕਹਿੰਦੇ ਵੀ ਉਹਨਾਂ ਰੇਟਾਂ ਸਾਨੂੰ ਤਨਖਾਹ ਦੇਵਾਂਗੇ, ਜਦ ਕਿ ਇਹ ਕਾਨੂੰਨ ਨਹੀਂ ਬਣਦਾਗਾ ਵੀ ਜਿਹੜੇ ਘੱਟ ਰੇਟਾਂ ਨਾਲ ਜਿਹੜੇ ਤਨਖਾਹ ਵਧੀ ਹੋਈ ਹੈ ਤਾਂ ਘੱਟ ਰੇਟਾਂ ਨਾਲ ਲਿੱਤੀ ਜਾਵੇ। ਇਸੇ ਕਰਕੇ ਸਾਡੇ ਵਰਕਰਾਂ ਦੀ ਮੰਗ ਇਹ ਆ ਵੀ ਸਾਡਾ 18,735 ਰੁਪਏ ਰੇਟ ਹੈ ਅੱਜ ਦਾ, ਸਾਨੂੰ 18,735 ਰੁਪਏ ਰੇਟ ਸਾਨੂੰ ਤਨਖਾਹ ਦਿੱਤੀ ਜਾਵੇ, ਸਾਡੇ ਵਰਕਰ ਉੱਠ ਕੇ ਘਰ ਨੂੰ ਜਾ ਸਕਦੇ ਨੇ। ਅਧਿਕਾਰੀਆਂ ਨਾਲ ਕੀ ਗੱਲਬਾਤ ਹੋਈ ਆ, ਤੁਸੀਂ ਗਏ ਸੀ? ਅਧਿਕਾਰੀਆਂ ਨਾਲ ਸਾਡੀ ਸੁਬਾਹ ਦੀ ਗੱਲ ਚੱਲ ਰਹੀ ਹੈ, ਅਧਿਕਾਰੀ ਟਾਂਡੋਲੇ ਕਰ ਰਹੇ ਨੇ ਬਿਨਾਂ ਵਜ੍ਹਾ ਤੋਂ, ਕਦੀ ਤੁਸੀਂ ਘੱਟ ਲੈ ਲਓ, ਕਦੀ 1 ਮਹੀਨੇ ਦੀ ਲੈ ਲਓ, ਕਦੀ 2 ਦੀ ਲੈ ਲਓ। ਅਸੀਂ ਕਹਿੰਦੇ ਚੱਲ 1 ਦੀ ਪਾ ਦਿਓ, ਪੂਰੀ ਤਾਂ ਪਾ ਦਿਓ ਵੀ ਪੂਰੇ ਰੇਟਾਂ 'ਤੇ ਪਾ ਦਿਓ, ਪਰ ਨਾ ਉੱਥੇ ਵੀ ਨਹੀਂ ਆ ਰਿਹਾ ਕਿ ਪੂਰੇ ਰੇਟਾਂ 'ਤੇ ਨਹੀਂ ਪਾਉਣੀ, ਘੱਟ ਰੇਟ 'ਤੇ ਪਾਉਣੀ ਆ। ਜਦ ਕਿ ਇਸੇ ਦਫ਼ਤਰ ਦੇ ਵਿੱਚ 2 ਐਕਸ਼ਨ ਬਣਤੇ, ਐਕਸ਼ਨ ਤਾਂ 3 ਬਣਦੇ ਪਰ ਫਿਲਹਾਲ 2 ਬੈਠੇ ਹੋਏ ਨੇ, 1 ਦੀ ਇੱਥੇ ਬਦਲੀ ਨਹੀਂ ਹਜੇ ਤੱਕ ਹੋਏਗੀ। ਜਿਹੜਾ ਦੂਸਰਾ ਐਕਸ਼ਨ ਉਹ ਬਦਲ ਕੇ ਗਿਆ ਇੱਥੋਂ ਜੀਰਾ ਡਿਵੀਜ਼ਨ ਦਾ ਜਿਹੜਾ ਐਕਸ਼ਨ ਆ ਉਹ 6ਵੇਂ ਮਹੀਨੇ ਤੱਕ ਪੂਰੀ ਤਨਖਾਹ ਪਾ ਕੇ ਗਿਆ, ਜਦ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੀ ਉਹ ਤਨਖਾਹ ਪੂਰੇ ਰੇਟਾਂ 'ਤੇ ਮਿਲ ਰਹੀ ਆ। ਇੱਥੋਂ ਦੇ ਵਰਕਰਾਂ ਨੂੰ ਬਿਲਕੁਲ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ, ਜਦ ਕਿ ਵਰਕਰਾਂ ਦੇ ਬੱਚਿਆਂ ਨੂੰ ਸਕੂਲਾਂ 'ਚ ਜਵਾਬ ਮਿਲ ਗਿਆ ਵੀ ਸਕੂਲਾਂ 'ਚ ਵਰਕਰਾਂ ਨੂੰ ਉੱਥੋਂ ਕੱਢਿਆ ਗਿਆ ਵੀ ਭਾਈ ਤੁਹਾਡੀ ਫੀਸਾਂ ਨਹੀਂ ਆਈਆਂ, ਤੁਸੀਂ ਘਰੇ ਚਲੇ ਜਾਓ।
ਹੁਣ ਟੈਂਕੀ ਤੇ ਕਿੰਨੇ ਬੰਦੇ ਤੁਹਾਡੇ ਚੜੇ ਹੋਏ ਆ? ਸਾਰੇ ਟੈਂਕੀ ਤੇ ਇਸ ਟਾਈਮ ਜੀ ਘੱਟ ਤੋਂ 8 ਤੋਂ 10 ਬੰਦੇ ਜਿਹੜੇ ਆ ਵੇਰ ਕੇ ਚੜ ਗਏ ਆ, ਕਿਉਂਕਿ ਉਹਨਾਂ ਵਰਕਰਾਂ ਦਾ ਬਹੁਤ ਜ਼ਿਆਦਾ ਤੰਗੀ 'ਚ ਆਏ ਪਏ ਨੇ, ਕਿਉਂਕਿ ਤਨਖਾਹਾਂ ਦਿਨ ਦਿਨ 4-4 ਮਹੀਨੇ ਤੋਂ ਨਹੀਂ ਮਿਲੀਆਂ ਗਈਆਂ। ਇਸ ਕਾਰਨ ਜਿਹੜੇ ਵਰਕਰ ਉਹ ਜਾਣਬੁੱਝ ਕੇ ਆਪਦੀ ਮਰਜ਼ੀ ਨਾਲ ਹੀ ਟੈਂਕੀ ਤੇ ਚੜ ਗਏ ਆ। ਹੁਣ ਤੁਸੀਂ ਇਹ ਜਿਹੜੇ ਬੰਦੇ ਟੈਂਕੀ ਤੇ ਚੜੇ ਕਿੰਨਾ ਟਾਈਮ ਉੱਪਰ ਰਹਿਣਗੇ? ਮੈਂ ਦੇਖੋ ਜੀ ਟੈਂਕੀ ਦੇ ਉੱਪਰ ਜਾ ਕੇ ਮੈਂ ਤਾਂ ਬੜਾ ਜ਼ੋਰ ਲਾਇਆ ਵਰਕਰਾਂ ਨੂੰ, ਆਪਾਂ ਥੱਲੇ ਚੱਲੀਏ, ਥੱਲੇ ਬਹਿ ਕੇ ਆਪਾਂ ਗੱਲਬਾਤ ਕਰ ਰਹੇ ਹੋ, ਗਰਮੀ ਬਹੁਤ ਜ਼ਿਆਦਾ ਵੀ ਵਰਕਰਾਂ ਨੂੰ ਸਮਝਾਇਆ ਵੀ ਥੱਲੇ ਚਲੋ, ਪਰ ਵਰਕਰ ਮੰਨਣ ਦਾ ਨਾਂ ਨਹੀਂ ਲੈ ਰਿਹਾ। ਵਰਕਰ ਕਹਿੰਦੇ ਵੀ ਤਨਖਾਹਾਂ ਲੈਣੀਆਂ ਨੇ, 6ਵੇਂ ਮਿੰਟ ਤੱਕ ਪੂਰੀ ਤਨਖਾਹ ਦਿੱਤੀ ਜਾਵੇ, ਸਾਨੂੰ ਪੂਰੇ ਰੇਟਾਂ ਤੇ ਦਿੱਤੀ ਜਾਵੇ, ਫਿਰ ਥੱਲੇ ਉਤਰਾਂਗੇ। ਜਦ ਤੱਕ ਉਹ ਕਹਿੰਦੇ ਵੀ ਸਾਨੂੰ ਤਨਖਾਹ ਨਹੀਂ ਮਿਲਦੀ, ਸਾਨੂੰ ਭਾਵੇਂ ਰਾਤ ਦੇ ਉੱਤੇ ਲੱਗ ਜਾਵੇ, ਅਸੀਂ ਥੱਲੇ ਨਹੀਂ ਉਤਰਾਂਗੇ। ਕੀ ਨਾਮ ਹੈ ਤੁਹਾਡਾ ਪੂਰਾ? ਮੇਰਾ ਨਾਮ ਬਲਕਾਰ ਸਿੰਘ, ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ। सजन मेरे रंगले ਉਹਦੀ ਜਦੋਂ ਤੱਕ ਉਹਦੀ ਉਮਰ ਨੇ ਨੌਕਰੀ ਕਰਨੀ ਸੀ ਉਹਦੀ ਪੂਰੀ ਤਨਖਾਹ ਮਿਲੇਗੀ। ਉਸ ਤੋਂ ਬਾਅਦ ਫਿਰ ਉਹਨਾਂ ਦੀ ਧਰਮ ਪਤਨੀ ਨੂੰ ਅੱਧੀ ਪੈਨਸ਼ਨ ਮਿਲਦੀ ਰਹੀ। ਰਹੀ ਪੰਜਾਬ ਸਰਕਾਰ ਦੀ ਗੱਲ, ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਆਪ ਆ ਰਹੇ ਸੀ, ਉਹਨਾਂ ਕੋਲ ਮੈਨੂੰ ਨਹੀਂ ਪਤਾ ਕਿ ਆਪਣੇ ਕਿੰਨਾ ਵੱਡਾ ਚੈੱਕ ਸੀ ਦੇਣਾ। ਇਸ ਕਰਕੇ ਜਿਹੜਾ ਪੰਜਾਬ ਸਰਕਾਰ ਜਿੰਨਾ ਵੀ ਵੱਧ ਤੋਂ ਵੱਧ ਦੇ ਸਕਦੀ ਹੈ ਦੇਵਾਂਗੇ, ਕਿਉਂਕਿ ਤਾਂ ਸਰਮਾਇਆ ਨੇ, ਕੌਮ ਦਾ ਸਰਮਾਇਆ ਨੇ, ਦੇਸ਼ ਦਾ ਸਰਮਾਇਆ ਨੇ। ਪੰਜਾਬ ਸਰਕਾਰ ਤਤਪਰ ਹੈ ਇਹਨਾਂ ਦੀ ਸੇਵਾ ਚ। ਸੀਐਮ ਸਾਹਿਬ ਦੇ ਨਾਮ ਦਾ ਕਾਰਨ ਕੀ ਹੈ? ਚੌਪਰ ਖਰਾਬ ਹੋ ਗਿਆ ਸੀ, ਹੈਲੀਕਾਪਟਰ ਆਪਾਂ ਕਹਿੰਦੇ ਉਹਦੇ ਚ ਨੁਕਸ ਪੈ ਗਿਆ। ਏਅਰਪੋਰਟ ਤੇ ਗਏ, ਉੱਥੇ ਜਦੋਂ ਗੜਬੜ ਹੋਈ ਕਰ ਰਿਹਾ ਸੀ। ਸਰ, ਪੰਜਾਬ ਸਰਕਾਰ ਵੱਲੋਂ ਕਰੋੜ ਰੁਪਏ ਦਾ ਜਿਹੜੀ ਰਾਸ਼ੀ ਅੱਜ ਜਾਰੀ ਕੀਤੀ ਗਈ, ਮੰਤਰੀ ਸਾਹਿਬ ਆਪ ਆ ਰਹੇ ਸੀ ਨਾ, ਉਹ ਨਹੀਂ ਆ ਪਾਏ। ਇਸ ਕਰਕੇ ਮੈਂ ਉਹਦੇ ਬਾਰੇ ਇੰਨਾ ਪਰਟੀਕੂਲਰ ਨਹੀਂ ਦੱਸ ਸਕਦਾ। ਕਰੋੜ ਸੀ, 50 ਲੱਖ ਸੀ, ਕਿੰਨੇ ਸੀ, ਉਹ ਜਿੰਨੇ ਵੀ ਸੀ ਮੁੱਖ ਮੰਤਰੀ ਸਾਹਿਬ। ਠੀਕ ਥੈਂਕ ਯੂ। मैंने अपना लगाया अपने घर जाके। पोस्टर आपने लगाया, किस वजह से? इनकी परेशानी से, ये बहुत तंग करते हैं, परेशान करते हैं, प्रशासन हमारी सहायता नहीं करता। तभी पोस्टर लगाया। लगाए हम जो जिंदगी का चाहे किराए पे रहें, जाके शांति तो रहेंगे जाके। ये जो रात दिन चिक्के आवाजियाँ वो आवाज़ें आती दौड़ के छेड़े करते हैं यहाँ पे। आपने सुना होगा, मैं तो इनको बोला पुलिस वालों को कि आप यहाँ रह के देखो मेरे घर में। तो उन्होंने स्पीकर तो कोई लगा रखा अंदर, कमरे के अंदर करते हैं, बाहर करते हैं? अंदर करते हैं, अंदर करते हैं पहले तो। अब तक तो स्पीकर तो कुछ सब था जी, अभी तो आ रहा है। हाँ जी, अभी तो आ रहा है। तो स्पीकर की तो कोई जरूरत ही नहीं है। अभी 250-300 बंदा आ रहा है, बंद कमरा है, कितनी आवाज़ पहुंची उसकी, जरूरत ही नहीं है उनको।
तो आप क्या चाहते हैं, ये शिफ्ट होनी चाहिए यहाँ से? हाँ, शिफ्ट होनी चाहिए। और ये है भी इलीगल सर, लीगल भी नहीं होने लगी या शुरू से दिक्कत थी? शुरू से कोई दिक्कत नहीं, 4-5 लोग आते थे, अपने पे करके चले जाते थे। लेकिन जब से लड़के की डेथ हुई और हमने इनको बोला कि आवाज़ कम करो, शोर ना मचाओ, थोड़ा खास सुनी हो गई इनसे, कुछ दिन के बाद इन्होंने जरा प्रदर्शन करना शुरू कर दिया। तो ये लोकल लोग हैं या कोई बाहर से आते हैं? लोकल ईसाई है यहाँ पे क्या? ईसाई कोई नहीं यहाँ पे। तो जो यहाँ थे वो कहाँ से आते हैं, कौन है? पता नहीं कौन है। कितने लोग होंगे जो आते हैं? 200-250 बंदा होगा। 8 भर के 3-4 आते हैं, गाड़ियाँ आती, पहले चंडीगढ़ से गाड़ियाँ आती, अभी वो शायद बंद हो गई हैं। बाकी मोटरसाइकिल मूवी हो गई है, देखो कितने मोटरसाइकिल खड़े, यहाँ पे ऑटो खड़े होते हैं। मेन प्रॉब्लम ये है जी, शोरपुर में जाते हैं, वो निकालते हैं, रात को हमको बाहर निकलना मुश्किल हो जाता है। इतने लोग यहाँ इकट्ठे होते हैं, हमारे बहू बहन होगा, अभी छत पे चढ़ना है, कपड़े धोने हैं, बहू बहू निकलना, ये बाहर खड़े हो जाते हैं, तो आपको धमकी देते हैं। हम उनको बोलते हैं ना भाई आवाज़ कम करो या ना करो, बोलते हुए आप मकान बेच के चले जाओ, हम तो ऐसे ही करेंगे। आपके नाम के पीछे फौजी लग जाता है, तो क्या भूत प्रेत पे आप विश्वास करते हैं? भूत आपको नजर आए कभी? विश्वास तो जब तकलीफ होती है अपना होगा विश्वास जी। आपको यहाँ कभी कुछ ऐसा दिखाई दिया? हाँ दिखाई दिया जी, कई बार चिक्के भी हमने सुनी है। भूत प्रेत की बात है या कोई इलीगल एक्टिविटीज जो है वो यहाँ पे होती है? एक्टिविटी क्या मतलब? कोई धर्म परिवर्तन कराए हैं लोग या सिर्फ अपनी प्रार्थना करने के लिए? धर्म परिवर्तन तो मतलब जबरदस्ती नहीं कराते। जब शुरू में आए हमारे बच्चों को बुलाना, उनको कापी पेंसिल देना, आप ये यीशु का नाम करो, ये करो, शुरू में हुआ, जब हमको समझाया हमने बच्चे बंद कर दिया। तो क्या किसी तरह का कोई लालच भी दे रहे हैं, कोई पैसे का कुछ और सुविधा तो नहीं दिया, कभी लालच हम ऐसे बोले, बाकी लालच देते तभी लोग आते हैं जी। इतने लोग आते हैं, पहले नंबर एक बात है कितने लोग आते कहाँ से हैं, जब यहाँ पे कुछ मोहल्ले में कोई ईसाई है नहीं। 250-300 बंदा आता है यहाँ पे, तो यहाँ के बाहर से आते हैं लोग, तो गली मोहल्ले के मतलब लड़ ले फिर ले, तब हमने यही रहना है। लेकिन जो लोग बाहर से आते हैं तो मार पीट के चले जाएंगे, क्या कर लेगा, कुछ अब पता नहीं कौन है। और यदि आपको नहीं आया तो देखो, इन्होंने अपने कैमरे लगा रखे, कैमरे खुलवा के देखो कितने लोग आते हैं, क्या करते हैं। तो यहाँ पे जो गली में पोस्टर भी लगाया है कि हम मकान बेच रहे हैं। हाँ जी। तो इसी वजह से बेच रहे हैं यहाँ से? इसी वजह से, उसी वजह कोई मकान कुछ भी तो बेचता नहीं है। परेशानी क्या है, ज्यादा लोग आते हैं कि चीख चिंगाड़े सुनाई देती हैं? चीख चिंगाड़े सुनाई देती है, ज्यादा लोग आते हैं, धमकी देते हैं। तो संडे को ही होता है कि रोज? पहले तो मंगलवार भी आ जाते थे, वीरवार भी आ जाते थे। जब से हमने थोड़ा कदम उठाया है, पुलिस तक गया, अब बाकी तो हो गया, अब संडे को आते हैं। तो काफी चीख होती है। हाँ जी। तो हिंदू संगठन के लोग भी आपकी सहायता कर रहे थे इस मामले को लेके? करने आए थे जी, लेकिन उन्होंने उनके ऊपर ही गलत एफआईआर लॉन्च कर दिया। सुरेंद्र कुमार है जी, प्रेस कॉन्फ्रेंस लिए बुलाई जी। हमको यहाँ आए हुए 20 साल हो गए हैं। यहाँ साथ में एक चर्च है, पहले कोई 2-4 आदमी आते थे, अपना प्रे करके चले जाते थे। उसके बाद जनता पार्टी गई, 2021 में इनका लड़का मर गया, 21-22 साल का। तो बहुत ज़्यादा शोर मचाते हैं, बूथ निकालते हैं, तो इनको रिक्वेस्ट की कि थोड़ा बंद कर दो, डेथ हो गई है। बोले डेथ आपकी हुई है, हमारी नहीं हुई। तो थोड़ा इनसे कहा सुनी हो गई। उसके बाद तो उन्होंने बहुत ज़्यादा तंग करना शुरू कर दिया। तो हमने इनसे रिक्वेस्ट करनी, बोलते आप अपना तंग हो तो आप यहाँ से अपने मकान बेच के चले जाओ, हमारा तो ऐसे ही चलेगा, नहीं तो आप भी यहाँ हमारे धर्म में आ जाओ। हमने 112 नंबर फ़ोन करना, कोई यहाँ नहीं आता था। उसके बाद हमने हर एक जगह प्रशासन को, एसपी, डीसी सबको एप्लीकेशन दी, लेकिन हमारी एप्लीकेशन का कोई जवाब नहीं दिया। हमारी समस्या किसी ने नहीं सुनी। तो आकर हार के हमने यहाँ से मकान बेचने की सोची और हम मकान बेच रहे हैं। जैसा हमको कुछ मिलेगा हम यहाँ चले जाएंगे। ये बूथ पे निकालते हैं। मैं जब से बीमार हूँ यहाँ पे, रात को हम यहाँ निकल नहीं सकते। और ये हमारे यहाँ मोहल्ले में कोई ईसाई नहीं है, 1-2 घर ईसाई हैं यहाँ पे। यहाँ पे 250-300 बंदे ऑटो भर के, कारें भर के कुछ निकल जाती हैं। ऑटो कहाँ से आते हैं, कौन लोग हैं ये? प्रशासन ने कितनी बार बोला कि हम संडे को आएंगे, हम इनका वेरीफाई करेंगे कौन बंदे हैं, लेकिन कभी प्रशासन वेरीफाई नहीं करने आया। निषेधी टाइप के झगड़ा करने वाले बंदे हैं। तो लेकिन हमारे जब प्रशासन ने सुनी, हमने हार के डिसीजन लिया है कि हम यहाँ से अपने मकान बेच के चले जाओगे कहाँ? देखेंगे जहाँ भी मिलेगा, किराए पे रहेंगे या कहीं भी जाएंगे। यहाँ कितने समय से रह रहे थे आप? यहाँ 20 साल से। और चर्च कब बनी थी? चर्च उससे पहले बनी।
आपसे आने से पहले मिली। तो पीछे चर्च पे ताला भी लगा दिया था, कुछ ऐसा विवाद हुआ था, फिर उसके बाद खोल दी गई है। खोल दिया, उन्होंने लिख के दिया था कि हम जब तक ये मोहल्ला नहीं बोलेगा, ये सेटिस्फाई नहीं होंगे, हम नहीं खोलेंगे, लेकिन इन्होंने हफ्ते बाद ही खोल दिया। तो कितने परिवार है हिंदू समुदाय के यहाँ पे? पूरा मोहल्ला ही हिंदू समुदाय का। कितनी संख्या होगी लोगों की जो हिंदू है? नहीं होगी, 400-500 का तो होंगे, कम से कम ज़्यादा ही होंगे। तो क्या प्रशासन पुलिस सहयोग नहीं कर रहे आप लोगों को? क्या पलायन करना पड़ रहा है यहाँ से? कोई सहयोग नहीं कर रहा है। अच्छा, यहाँ अपना सरकार भाजपा की सरकार है, आरएसएस के लोग बैठे हैं सरकार में, उसके बाद भी हिंदू पलायन कर रहे हैं। हमने आरएसएस के लोगों का थोड़ा सपोर्ट ली थी, लेकिन उनके बरखलाफ मुकदमे दर्ज कर दिए उन्होंने। अच्छा, उन्हीं के खिलाफ? हाँ जी, अभी जा रहे थे थाने में उनके। ये जामानिया विधानसभा में भी ऐसे विद्यालय हैं, देख लीजिए इनकी क्या दशा है। ये घिनपुरा प्राथमिक विद्यालय कबीरपुर की दशा, देखिए अंदर की व्यवस्था। यहाँ किसी चीज़ की भी व्यवस्था नहीं है। बगल में घिनपुरा गांव है, मैं आपको ये इसका छत भी फटा हुआ है। देखिए बगल में घिनपुरा गांव है पश्चिम की तरफ, और पूर्व में रोहड़ा गांव है। यहाँ के मंदिर के स्थान में नींव के छांव में कुछ व्यक्ति धूप के मारे बैठे हुए। इनसे इस विद्यालय के बारे में कुछ जानकारी लेना चाहते हैं, कितने बच्चे हैं, कैसी व्यवस्था है, इसके बारे में ये हमें कुछ बताएंगे। इनसे सुने।
पंचकुला से पलवल तक केवल वह यात्रा नहीं करेगी, सभी ज्ञान के मंदिरों में जाकर के प्रकृति रक्षा के साहित्य को वो जन जन तक पहुंचाएगी। आज उसका सर ने लोकार्पण किया है। तो हरियाणा का वो वर्तमान भी है, जो यमुना, सावी और सरस्वती की अदृश्य हो गई धारा को फिर से प्रवाहित करने का ऐलान है। हम स्वागत की परंपरा से अभिभूत हैं और हरियाणा की बेटियां कुरुक्षेत्र की ऐसे ऐतिहासिक पवित्र धरा पर जो ज्ञान की देवी मां सरस्वती की माता की, भारत माता की। मित्रों, जैसा एक कहावत है, जंगल में मंगल, लेकिन जंगल में मंगल आपकी आवाज से सिद्ध होना चाहिए। आपने 3 जयकारे बोले हैं, लेकिन उसमें वो आवाज नहीं निकली जो इस वाक्य को चरितार्थ करे। एक बार जोर से भारत माता की। धन्यवाद। आज 73वां वन महोत्सव, इस अवसर पर मंच पर विराजमान मेरे साथी मंत्री, शिक्षा एवं वन मंत्री मान्यवर श्री कंवरपाल जी, खेलों की शान और अपने इसी क्षेत्र के हमारे विधायक बने हमारे खेल मंत्री मान्यवर श्री संदीप सिंह जी, देश की सबसे बड़ी पंचायत लोकसभा में इस क्षेत्र से हम लोगों ने जिनको चुनकर भेजा, ऐसे हमारे बहुत ही संघर्षशील हमारे सांसद श्री नायब सिंह सैनी जी, थानेसर से हमारे विधायक श्री सुभाष सुधा जी, वन एवं जीव विभाग के अतिरिक्त मुख्य सचिव श्री AK सिंह जी, PCSF श्री जगदीश चंद्र जी, श्री राजकुमार सैनी जी, श्री अशोक कुमार जी, उपस्थित सभी अन्य अधिकारीगण, सज्जनवृंद, भाइयों बहनों, नौजवान साथियों, पत्रकार छायाकार मित्रों व कलाकार बंधुओं, आज एक बहुत महत्वपूर्ण दिन है और उस महत्वपूर्ण दिन में एक विषय तो आज 1857 की जो क्रांति हुई, देश को आजाद कराने की वो क्रांति, और उसके महानायक श्री मंगल पांडे जी का आज जयंती का दिन है। इस अवसर पर मैं मंगल पांडे जी को अपनी ओर से, आप सबकी ओर से नमन करता हूं।
ये सावन मास चल रहा है और हमको मालूम है सावन मास वर्षा का ऋतु होता है और इस वर्षा के ऋतु में सब तरफ एक अनूठी छटा, चाहे वो वन हो, चाहे वो पहाड़ हो, चाहे वो किसान की खेती हो, सब तरफ एक अलग प्रकार की छटा होती है और छटा बिखरी रहती है। इस हरियाली से मैं कह सकता हूं कि वन तो हरा भरा दिखता ही है, ये मौसम ऐसा है कि हमारे मन भी हरे भरे होते हैं, बहुत ही उत्साह, बहुत ही उमंग उल्लास का ये वातावरण होता है। इसका आनंद ही निराला होता है। तो इस राजनीति की धार हो या खेल की रफ्तार, गांव की चौपाल हो या शहरों का धमाल, आप तक पहुंचेगी हर एक खबर सबसे